बाल जवानी और बिरद फुन तीन अवस्था जान। कहो नानक हर भजन बिन बिरथा सब ही मान। तो भावें किसी भी स्टेज है लाइफ दे इनू जीना सी मोमेंट बाय मोमेंट, हर मोमेंट नू सोहना बना के जीना सी, हर मोमेंट नू इस तरह जीना सी कि दिस इज माई लाइफ, बिकॉज पास्ट वो हो चुकिया आ, फ्यूचर वी डोंट नो। ते सतगुरु ही दस रहे ने कि विद ईच एंड एवरी मोमेंट, विद ईच एंड एवरी फेज ऑफ लाइफ द टाइम पासिस बाय, लाइफ जिहड़ी वो खत्म हुंदी जांदी है। पर जे असी रब नू चेते नहीं कीता जिहड़ा साडे अंदर साडे बाहर सारियां विच है, जे असी ओनू रैकगनाइज नहीं करदे तां फिर की हुंदा है, फिर असी फीयर्स दे विच, वरीज दे विच, एंगजाइटीज विच, फिर असी हेटरेड, जैलसी, एनवी विच, फिर असी एंगर, ईगो, ऐसे वाइसिस दे विच ਉਹ ਸਾਰੀ ਲਾਈਫ ਨੂੰ ਭਾਵੇਂ ਕਿਸੇ ਵੀ ਸਟੇਜ ਤੇ ਆ ਅਸੀਂ ਉਹਨੂੰ ਮੀਨਿੰਗਲੈਸ, ਪਰਪਸਲੈਸ ਹੋ ਕੇ ਜੀ ਰਹੇ ਆ। ਹੁਣ ਹੋ ਕੀ ਰਿਹਾ ਹੈ ਕਿ ਕਰਨੋ ਹੁਤੋ ਸੋ ਨਾ ਕੀਓ। ਜਵਾਨੀ ਵੀ ਗੁਜ਼ਰ ਗਈ, ਬਚਪਨ ਵੀ ਗੁਜ਼ਰ ਗਿਆ, ਜਵਾਨੀ ਵੀ ਗੁਜ਼ਰ ਗਈ, ਬੁਢੇਪਾ ਵੀ ਗੁਜ਼ਰਦਾ ਜਾਂਦਾ ਆ। ਕਰਨੋ ਹੁਤੋ, ਵਟ ਨੀਡਡ ਟੂ ਬੀ ਡਨ, ਜਿਹੜਾ ਕਰਨਾ ਸੀ ਉਹ ਕੀਤਾ ਹੀ ਨਹੀਂ, ਵੀ ਡਿਡਨਟ ਡੂ ਦੈਟ। ਅਖੀਰ ਚ ਪਛਤਾਵਾ ਰਹਿ ਜਾਂਦਾ ਹੈ, ਅਖੀਰ ਚ ਉਮਰ ਗੁਜ਼ਰ ਜਾਂਦੀ ਹੈ, ਫਿਰ ਕਹਿੰਦਾ ਓਹੋ ਇਹ ਕਰਨਾ ਸੀ, ਮੈਂ ਤਾਂ ਐਵੇਂ ਦੌੜਦਾ ਰਿਹਾ, ਇੰਨੀ ਲੋੜ ਨਹੀਂ ਸੀ ਮੈਨੂੰ, ਮੇਰੀ ਗਰੀਡ ਨੇ ਮੈਨੂੰ ਦੜਾਇਆ, ਲਾਲਚ ਨੇ ਦੜਾਇਆ। ਨੀਡਸ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ, ਗਰੀਡ ਕਦੀ ਪੂਰੀ ਨਹੀਂ ਹੁੰਦੀ। ਕਰਨੋ ਹੁਤੋ, ਵਟ ਨੀਡਡ ਟੂ ਬੀ ਡਨ ਸੋ ਨਾ ਕੀਓ, ਵੀ ਨੈਵਰ ਡਿਡ ਦੈਟ। ਪਰਿਓ ਲੋਭ ਕੈ ਫੰਦ, ਗਰੀਡ ਵਿੱਚ ਪੈ ਗਏ, ਲਾਲਚ ਦਾ ਫੰਦਾ ਪੈ ਗਿਆ। ਜਿਹੜੀ ਚੀਜ਼ ਕਰਨੀ ਸੀ, ਕੀ ਕਰਨਾ ਸੀ, ਲਾਲਚ ਛੱਡ ਕੇ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਜੀਣਾ ਸੀ, ਥੈਂਕਫੁਲਨੈਸ ਲੈ ਕੇ ਆਉਣੀ ਸੀ, ਕੰਟੈਂਟਮੈਂਟ ਲੈ ਕੇ ਆਉਣੀ ਸੀ। ਉਹਦੇ ਵੱਲ ਤੇ ਕੀਤਾ ਹੀ ਨਹੀਂ ਕੁਛ। ਨੈਵਰ ਟਰਾਈ ਟੂ ਡੂ ਦੈਟ। ਸਤਸੰਗ ਸਾਡੇ ਸਾਰੇ ਐਫਰਟਸ ਕੀ ਹੈ, ਹੋਰ ਮਿਲੇ, ਹੋਰ ਮਿਲੇ। ਗੁਰਦੁਆਰੇ ਜਾ ਕੇ ਵੀ ਅਸੀਂ ਅਰਦਾਸਾਂ ਧਰ ਲਈਆਂ ਉੱਥੇ ਕਿ ਹੋਰ ਮਿਲੇ, ਜਦ ਕਿ ਅਰਦਾਸ ਸਾਡੀ ਹੋਣੀ ਚਾਹੀਦੀ ਸੀ ਕਿ ਸਾਨੂੰ ਸੰਤੋਖ ਮਿਲੇ, ਸਬਰ ਮਿਲੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਭਰੋਸਾ ਕਿ ਹਾਂ ਵਾਹਿਗੁਰੂ ਜੋ ਤੂੰ ਕਰ ਰਿਹਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਇਹ ਭਲਾ ਆ। ਸਤਿਗੁਰੂ ਜੀ ਸੇਜ਼ ਇਹ ਤੇ ਕੀਤਾ ਨਹੀਂ, ਲੋਭ ਦੇ ਫੰਦੇ ਵਿੱਚ ਪੈ ਗਏ। ਵੀ ਗੈਟ ਇੰਟਰੈਪਡ ਇਨ ਦੈਟ ਗਰੀਡ, ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ। ਫਿਰ ਬਾਅਦ ਚ ਬੰਦਾ ਰੋਂਦਾ, ਪਛਤਾਉਂਦਾ, ਰਿਗਰੈਟਸ ਵਿੱਚ ਰਹਿ ਜਾਂਦਾ ਹੈ। ਵੈਨ ਹੋਲ ਲਾਈਫ, ਉਹ ਸਾਰਾ ਸਮਾਂ, ਉਹ ਸਾਰਾ ਟਾਈਮ ਨਿਕਲ ਜਾਂਦਾ ਹੈ। ਸੋ ਵੀ ਵੇਸਟ ਦ ਪ੍ਰੈਸ਼ੀਅਸ ਟਾਈਮ ਆਫ ਆਵਰ ਲਾਈਫ ਐਂਡ ਦੈਨ ਵੀ ਰਿਗਰੈਟ। ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾ ਹਿਨ ਮੀਤ। ਮੇਰੇ ਮਿੱਤਰਾ, ਮੇਰੇ ਮਨਾ ਤੂੰ ਨਿਕਲਦਾ ਨਹੀਂ ਹੈ ਉਸ ਮਾਇਆ ਦੇ ਵਿੱਚੋਂ। ਉਸ ਮਾਇਆ ਫਿਰ ਉਹੀ ਉਹ ਇੱਕ ਐਕਸਪੈਕਟੇਸ਼ਨ, ਇੱਕ ਇਲੂਜਨ ਦੈਟ ਸਮਥਿੰਗ ਫਰਮ ਆਊਟਸਾਈਡ ਇਜ਼ ਗੋਇੰਗ ਟੂ ਗਿਵ ਮੀ ਪਲੇਜ਼ਰ ਔਰ ਪੀਸ ਔਰ ਜੋਏ। ਭਾਵੇਂ ਅਸੀਂ ਉਹ ਬੜੀ ਵਾਰ ਸੁਣ ਲਿਆ ਕਿ ਉਹ ਟੈਂਪਰੇਰੀ ਹੈ, ਲੇਕਿਨ ਅਸੀਂ ਚਾਹ ਹੀ ਉਹਦੇ ਚੋਂ ਰਹੇ ਹਾਂ ਕਿ ਇੱਥੋਂ ਹੀ ਮਿਲਣਾ ਹੈ ਮੈਨੂੰ। ਪਰ ਸਤਿਗੁਰੂ ਜੀ ਕਹਿੰਦੇ ਉਹਦੇ ਵਿੱਚ ਐਸੇ ਫਸੇ ਆ, ਅਸੀਂ ਰਮ ਰਹੇ, ਉਹਦੇ ਵਿੱਚ ਐਸੇ ਇੰਗਰੋਸ ਹੋ ਚੁੱਕੇ ਆ ਕਿ ਉਹਦੇ ਚੋਂ ਸਾਡੇ ਕੋਲ ਨਿਕਲਿਆ ਨਹੀਂ ਜਾ ਰਿਹਾ, ਅਸੀਂ ਫਸ ਚੁੱਕੇ ਹਾਂ। ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾ ਹਿਨ ਭੀਤ। ਲਾਈਕ ਅ ਪਿਕਚਰ ਐਨਗ੍ਰੇਵਡ ਔਨ ਵਾਲ, ਜਿਹੜੀ ਐਨਗ੍ਰੇਵ ਕੀਤੀ ਹੁੰਦੀ ਹੈ ਕੰਧ ਦੇ ਉੱਤੇ। ਪਹਿਲਾਂ ਪੇਂਟ ਕੀਤੀਆਂ ਜਾਂਦੀਆਂ ਸੀ ਪਿਕਚਰ, ਪੇਂਟ ਕੀਤੀ ਹੋਈ ਜਾਂ ਐਨਗ੍ਰੇਵ ਕੀਤੀ ਹੋਈ, ਖੁਦ ਕੇ ਬਣਾਈ ਹੋਈ, ਉਹਨੂੰ ਤੁਸੀਂ ਉਤਾਰ ਨਹੀਂ ਸਕਦੇ, ਹਨਾ। ਉਹ ਫਿਰ ਪੂਰਾ ਪੇਂਟ ਸਾਰਾ ਹੀ ਉਤਰੇਗਾ, ਜਾਂ ਪੂਰੀ ਕੰਧ ਦਾ ਜਿਹੜਾ ਪਲਾਸਟਰ ਹੈਗਾ ਉਹ ਪੂਰਾ ਹੀ ਉਤਰੇਗਾ। ਸੋ ਅ ਪਿਕਚਰ ਵਿਚ ਇਜ਼ ਐਨਗ੍ਰੇਵਡ ਔਰ ਪੇਂਟਡ ਔਨ ਅ ਵਾਲ, ਉਹਨੂੰ ਅਸੀਂ ਪਿਕਚਰ ਨੂੰ ਨਹੀਂ ਉਤਾਰ ਸਕਦੇ, ਸਾਰਾ ਹੀ ਮਿਟਾਉਣਾ ਪਏਗਾ। ਬਸ ਇਸ ਤਰ੍ਹਾਂ ਅਸੀਂ ਵੀ ਚਿਪਕ ਗਏ ਹਾਂ ਉਸ ਇਲੂਜਨ ਦੇ ਨਾਲ, ਉਸ ਐਕਸਪੈਕਟੇਸ਼ਨ ਦੇ ਨਾਲ, ਟੂ ਗੈਟ ਸਮਥਿੰਗ ਆਊਟ ਆਫ ਦੋਜ਼ ਮਟੀਰੀਅਲ ਕੰਫਰਟਸ ਕੀ ਸ਼ਾਇਦ ਇਹੀ, ਪਰ ਉਹ ਕਦੀ ਪੂਰੇ ਨਹੀਂ ਹੁੰਦੇ। ਸਾਡੀ ਰੇਸ ਕਦੀ ਮੁੱਕਦੀ ਨਹੀਂ, ਸਾਡੀ ਚੇਜ਼ ਕਦੀ ਮੁੱਕਦੀ ਨਹੀਂ। ਐਂਡ ਵੀ ਕੀਪ ਔਨ ਰਨਿੰਗ ਥਰੂ ਆਊਟ ਆਵਰ ਲਾਈਫ। ਨਰ ਚਾਹਤ ਕਛ ਔਰੇ ਕੀ ਔਰੇ ਭਈ, ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਪਰੀ। ਬੰਦਾ ਚਾਹੁੰਦਾ ਕੁਛ ਹੋਰ ਹੈ ਪਰ ਹੋ ਕੁਛ ਹੋਰ ਰਿਹਾ ਉਹਦੇ ਕੋਲ। ਚਿਤਵਤ ਰਹਿਓ ਠਗੌਰ, ਅੰਦਰ ਚੇਤੇ ਵਿੱਚ ਠੱਗੀਆਂ ਬੈਠੀਆਂ ਨੇ, ਬੁਰਾਈ ਬੈਠੀ ਹੈ, ਵਿਕਾਰ ਬੈਠੇ ਨੇ। ਜਦੋਂ ਤੱਕ ਉਹ ਬੈਠੇ ਨੇ ਫਿਰ ਅਸੀਂ ਸੋਚ ਕੁਛ ਹੋਰ ਰਹੇ ਹਾਂ। ਵੀ ਆਰ ਲਰਨਿੰਗ ਫਰਮ ਦ ਗੁਰੂ ਕਿ ਏਦਾਂ ਕਰਨਾ ਆ। ਮਨ ਚ ਕਈ ਵਾਰੀ ਆਉਂਦਾ ਵੀ ਹੈ ਕਿ ਮੈਂ ਚੰਗਾ ਕਰਾਂ, ਪਰ ਅੰਦਰ ਬੈਠਾ ਚੋਰ ਸਾਡੇ ਕੋਲੋਂ ਕੁਛ ਦਾ ਕੁਛ ਕਰਾਈ ਜਾਂਦਾ ਹੈ, ਸਮਥਿੰਗ ਐਲਸ, ਹੋਰ ਹੀ ਕੁਛ ਹੋ ਰਿਹਾ ਸਾਡੇ ਕੋਲੋਂ। ਤਾਂ ਨਰ ਚਾਹਤ ਕਛ ਔਰ, ਅਸੀਂ ਚਾਹੁੰਦੇ ਕੁਛ ਹੋਰ ਪਏ ਹਾਂ। ਵੀ ਆਲ ਵਾਂਟ ਟੂ ਬੀ ਹੈਪੀ, ਵੀ ਆਲ ਵਾਂਟ ਟੂ ਬੀ ਪੀਸਫੁਲ, ਪਰ ਔਰੇ ਕੀ ਔਰੇ ਭਈ, ਜਿਹੜੇ ਸਾਡੇ ਐਫਰਟਸ ਨੇ, ਵਟ ਵੀ ਆਰ ਕਲੈਕਟਿੰਗ ਫਰਮ ਆਊਟਸਾਈਡ, ਦੇ ਆਰ ਨਾਟ ਗੋਇੰਗ ਟੂ ਮੇਕ ਅਸ ਦੈਟ ਪੀਸਫੁਲ, ਦੈਟ ਹੈਪੀਅਰ। ਉਹ ਸਾਨੂੰ ਅੰਦਰੋਂ ਨਾ ਖੁਸ਼ ਨਹੀਂ ਕਰ ਰਹੇ।
ਇਸੇ ਕਰਕੇ ਸਮਝ ਹੀ ਨਹੀਂ ਆ ਰਹੀ। ਚਿਤਵਤ ਰਹਿਓ ਠਗੌਰ, ਅੰਦਰ ਚਿੱਤ ਵਿੱਚ ਮਾਈਂਡ ਵਿੱਚ ਠੱਗੀਆਂ ਪਈਆਂ ਨੇ, ਵਾਈਸਸ ਨੇ, ਵਿਕਾਰ ਨੇ। ਇਸ ਕਰਕੇ ਜੋ ਵੀ ਅਸੀਂ ਚੰਗਾ ਵੀ ਸੋਚਦੇ ਆ ਤਾਂ ਵੀ ਅਸੀਂ ਉਹ ਨਹੀਂ ਕਰ ਪਾਉਂਦੇ, ਕਿਸੇ ਹੋਰ ਪਾਸੇ ਚਲੇ ਜਾਂਦੇ ਆ। ਨਾਨਕ ਫਾਂਸੀ ਗਲ ਭਰੀ, ਉਹ ਵਿਕਾਰਾਂ ਦਾ ਫਾਹਾ, ਉਹ ਫਾਂਸੀ ਸਾਡੇ ਗਲ ਵਿੱਚ ਪੈ ਜਾਂਦੀ ਹੈ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਈ। ਕੋਈ ਦੁੱਖ ਦਾ ਯਤਨ ਨਹੀਂ ਕਰਦਾ, ਹਰ ਕੋਈ ਸੁਖ ਲੱਭ ਰਿਹਾ। everyone wants happiness, everyone wants pleasure, no one wants pain, ਕੋਈ pain ਨਹੀਂ ਚਾਹੁੰਦਾ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। You are putting all your efforts to get peace, to get pleasure from outer things, to get joy, happiness। ਇਸੇ ਕਰਕੇ ਅਰਦਾਸ ਵਿੱਚ ਧਾਰਮਿਕ ਥਾਂ ਤੇ ਆ ਕੇ at religious places, even in ਗੁਰਦੁਆਰਾ, ਅਸੀਂ ਮੰਗ ਕੀ ਰਹੇ, ਸਾਡਾ ਯਤਨ ਕੀ ਹੋ ਰਿਹਾ, ਮੈਂ ਇੰਨੇ ਪਾਠ ਕਰਾਂ, ਮੈਨੂੰ ਇਹ ਖੁਸ਼ੀਆਂ ਮਿਲ ਜਾਣ, ਮੈਂ ਇੱਥੇ ਜਾ ਕੇ ਮੱਥਾ ਟੇਕਾਂ, ਮੇਰੀ ਇਹ ਵਿਸ਼ ਫੁੱਲਫਿਲ ਹੋ ਜਾਏ। ਤਾਂ ਅਸੀਂ ਇਹ ਚਾਹ ਰਹੇ, ਸੁਖ ਚਾਹ ਰਹੇ ਕਿ ਜਦੋਂ ਅਸੀਂ ਸੁਖ ਮੰਗਦੇ ਆ ਜਾਂ ਸੁਖ ਵਾਸਤੇ ਹੀ ਐਫਰਟ ਕਰ ਰਹੇ ਹੁੰਨੇ ਆ, then we take ਦੁੱਖ as something opposite। ਅਸੀਂ ਉਹਨੂੰ ਇੱਕ opposite ਜਾਂ ਨੈਗੇਟਿਵ ਟਰਮ ਬਣਾ ਲੈਨੇ। ਫਿਰ ਹੁੰਦਾ ਕੀ ਹੈ ਕਿ ਅਲਟੀਮੇਟਲੀ ਦੁੱਖ ਤਾਂ ਲਾਈਫ 'ਚ ਆਉਣਾ ਹੀ ਹੈ, ਅਲਟੀਮੇਟਲੀ ਇੱਕ ਦਿਨ ਲਾਸ ਵੀ ਹੋਣਾ ਹੀ ਹੈ, ਜੇ ਸਕਸੈਸ ਅਤੇ ਫੇਲੀਅਰ ਵੀ ਆਣੀ ਹੈ ਕੋਈ ਨਾ ਕੋਈ ਲਾਈਫ। ਪਰ ਜਦੋਂ ਉਹ ਆਉਂਦੀ ਹੈ ਫਿਰ ਅਸੀਂ ਉਹਨੂੰ ਡਾਈਜੈਸਟ ਨਹੀਂ ਕਰ ਪਾਉਂਦੇ। ਇਸ ਜੀਵਨ ਦੇ ਵਿੱਚ, ਲਾਈਫ ਦੇ ਵਿੱਚ, ਹਰੀ ਕਰਤਾਰ ਦ ਕ੍ਰੀਏਟਰ ਪਰਮਾਤਮਾ, ਉਹਦਾ ਇੱਕ ਲਾਅ ਹੈ ਲਾਈਫ ਦਾ, ਇੱਕ ਯੂਨੀਵਰਸ ਦਾ, ਨੇਚਰ ਦਾ ਇੱਕ ਲਾਅ ਹੈਗਾ। ਉਹਦੇ ਅੰਦਰ ਸਾਰੇ ਜੀਵ ਜੰਤੂ ਉਸੇ ਦੇ ਅੰਦਰ ਗਵਰਨਡ ਨੇ। ਜੇ ਜਨਮ ਹੋਇਆ ਆ ਤਾਂ ਅਸੀਂ ਕਹਿੰਦੇ ਸੁਖ ਵਾਲੀ ਗੱਲ ਹੈ, ਜਨਮ ਹੋ ਗਿਆ, ਕਿਸੇ ਦਾ ਜਨਮ ਹੋ ਗਿਆ। ਯਾਦ ਰੱਖ, ਐਨੀਥਿੰਗ ਵਿਚ ਇਜ਼ ਬੋਰਨ ਹੈਜ਼ ਟੂ ਡਾਈ। ਜਿਹੜੀ ਚੀਜ਼ ਦਾ ਜਨਮ ਹੋਇਆ ਉਹਨੇ ਮਰਨਾ ਵੀ ਹੈ, ਜਿਹਦਾ ਜਨਮ ਨਹੀਂ ਹੋਇਆ ਉਹਨੇ ਨਹੀਂ ਮਰਨਾ। तो उसे तरह ही दिन है ते रात है, जन्म है तो मौत है, लाभ है तो नुकसान भी है, जे पेन है, जे प्लेजर है तो पेन भी है, जे सक्सेस है तो फेलियर भी है। बट वट हैपन्स विद अस, असी खुद भी ते अपने बच्चों नूं भी एक ऐसी पिक्चर दिखा दिन्ने आ, ऐसी उन्हां दी कंडीशनिंग कर दिन्ने आ दैट यू हैव टू वर्क ओनली फॉर सक्सेसेस, दैट्स द रियल कॉज ऑफ अवर पेन। असी कदी प्रिपरेशन कर ही नहीं रहे कि लाइफ विच दुख भी आउणगे। गुरु साहब वो सिखा रहे ने, ਅਸੀਂ ਐਫਰਟਸ ਲਾਉਨੇ ਆ ਟੂ ਲਰਨ ਟੂ ਗੈਟ ਮੋਰ ਸਕਸੈਸ। ਪਰ ਸਤਿਗੁਰੂ ਜੀ ਸੇਜ਼ ਲਾਈਫ ਦੇ ਵਿੱਚ ਸੁੱਖ ਵੀ ਆਉਣੇ ਆ, ਫੇਲੀਅਰਸ ਵੀ ਆਉਣੇ ਆ। ਇਸ ਕਰਕੇ ਆਪਣੀ ਪ੍ਰਿਪਰੇਸ਼ਨ ਇਸ ਚੀਜ਼ ਦੀ ਵੀ ਕਰੋ ਕਿ ਦੈਟ ਇਫ ਆਈ ਐਮ ਹੈਪੀ ਵਿਦ ਸਕਸੈਸਸ, ਤੇ ਸੁੱਖ ਨਾਲ ਜਿੰਨਾ ਮੈਂ ਖੁਸ਼ ਹੁੰਨਾ ਆ, ਦੁੱਖ ਵੀ ਲਾਈਫ 'ਚ ਆਉਣੇ ਨੇ, ਫੇਲੀਅਰਸ ਵੀ ਆਉਣੇ ਨੇ, ਮੈਂ ਉਹਨਾਂ ਨੂੰ ਵੀ ਐਕਸੈਪਟ ਕਰਕੇ ਉਹਨਾਂ ਵਿੱਚ ਵੀ ਗਰੋ ਕਰ ਸਕਾਂ। ਇਸ ਸ਼ਲੋਕ ਦਾ ਮਤਲਬ ਇਹ ਨਹੀਂ ਕਿਤੇ ਕਿਹਾ ਕਿ ਸੁੱਖ ਮੰਗਣੇ ਛੱਡ ਕੇ ਦੁੱਖ ਮੰਗਣੇ ਸ਼ੁਰੂ ਕਰ ਦੋ। तो भाव यह है that the more efforts we put on searching for happiness and successes, similarly we must put our efforts and prepare ourselves to accept the failures, the pains of life too, because they are also part and parcel of this life. They have ultimately to come to your life। आज नहीं ते कल दुख भी आने ने, खत्म उन्होंने भी हो जाना, फिर सुख भी आउणगे। दोनों टाइम वास्ते प्रिपेयर रहिए। कहो नानक सुन रे मना, हर भावै सो होए। ਉਹ ਪਰਮਾਤਮਾ ਦਾ ਜਿਹੜਾ ਹੁਕਮ ਹੈ ਇਸ ਜ਼ਿੰਦਗੀ ਦੇ ਉੱਤੇ ਲਾਗੂ ਹੁੰਦਾ ਆ, ਉਹਦੇ ਵਿੱਚ ਸਰਪ੍ਰਾਈਜ਼ਸ ਕਿਸੇ ਵੇਲੇ ਵੀ ਲਾਈਫ 'ਚ ਆ ਜਾਂਦੇ ਨੇ, ਸੁੱਖ ਵੀ ਆਉਂਦੇ ਨੇ, ਦੁੱਖ ਵੀ ਆਉਂਦੇ ਨੇ।